ਗੱਡੀ ਬਹੁਤ ਵਧੀਆ ਲੱਗੀ ਜੀ। ਗੱਡੀ ਦੇ ਫੀਚਰਸ ਬੜੇ ਅੱਛੇ ਲੱਗੇ ਨੇ। ਗੱਡੀ ਦੇ ਜੋ ਸਟਾਈਲ ਹੈ ਗੱਡੀ ਦਾ, ਉਹ ਨੈਕਸਾ ਜਾਂ ਮਾਰੂਤੀ ਜੋ ਕਰ ਦਿੰਦੀ ਹੈ ਨਾ, ਇਸ ਤੋਂ ਉੱਪਰ ਕੁਝ ਨਹੀਂ ਹੁੰਦਾ। ਕਾਰ ਚਲਦੀ ਪੈਟਰੋਲ ਦੇ ਵਿੱਚ ਤੁਹਾਡੀ ਬੈਟਰੀ ਚਾਰਜ ਹੁੰਦੀ ਹੈ, ਸੋ ਬੈਟਰੀ ਨੂੰ ਅਲੱਗ ਤੋਂ ਚਾਰਜ ਕਰਨ ਦਾ ਝੰਜਟ ਨਹੀਂ ਹੈਗਾ। ਹਾਂਜੀ ਜੀ, ਫੀਚਰ ਦੇਖਿਆ ਜੀ, ਬੇਟਾ ਕੈਨੇਡਾ ਦਾ ਹੈ, ਉਹਨੇ ਦੇਖ ਕੇ ਤੇ ਉਸ ਤੋਂ ਬਾਅਦ ਸਾਨੂੰ ਦੱਸੀ ਹੈ ਵੀ ਇਹ ਗੱਡੀ ਆਪਾਂ ਲੈਣੀ ਆ। ਅਸੀਂ ਲਾਈਵ ਭਾਰਤ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਪਹੁੰਚੇ ਨੈਕਸਾ ਸ਼ੋਰੂਮ ਦੇ ਵਿੱਚ, ਜਿੱਥੇ ਕਿ ਗ੍ਰੈਂਡ ਵਿਟਾਰਾ ਗੱਡੀ ਲਾਂਚ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਗੱਲ ਦੱਸਦੀ ਹੈ ਗੱਡੀ ਦੀ ਆਪਣੇ ਆਪ 'ਚ ਇੱਕ ਅਨੋਖੀ ਗੱਡੀ ਤੇ ਸਭ ਤੋਂ ਜ਼ਿਆਦਾ ਜਿਸ ਦੀ ਡਿਮਾਂਡ ਅੱਜ ਦੇ ਟਾਈਮ ਤੇ ਹੈ, ਇਹ ਇਲੈਕਟ੍ਰਿਕ ਕਮ ਪੈਟਰੋਲ ਹਾਈਬ੍ਰਿਡ ਗੱਡੀ ਹੈ। ਇਲੈਕਟ੍ਰਿਕ ਕਮ ਪੈਟਰੋਲ, ਇਹਦੇ ਇੰਜਨ ਦੇ ਬਾਰੇ ਵੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਡੀ ਦੀ ਲੁੱਕ ਤੁਹਾਨੂੰ ਦਿਖਾ ਰਹੇ ਹਾਂ। ਗੱਡੀ ਦੇ ਬਾਰੇ ਗੱਲਬਾਤ ਕਰਾਂਗੇ, ਕਿਉਂ ਇਹ ਲੋਕਾਂ ਦੀ ਪਹਿਲੀ ਪਸੰਦ ਬੰਦੀ ਜਾ ਰਹੀ ਹੈ ਕਿ ਇੱਕ ਪ੍ਰੀਮੀਅਮ ਕਲਾਸ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਗੱਡੀ ਦੀ ਪਸੰਦ ਕੀਤੀ ਜਾ ਰਹੀ ਹੈ। ਤੇ ਦੂਸਰੀ ਚੀਜ਼, ਇਹ ਗੱਡੀ ਦੇ ਵਿੱਚ ਸਾਰੀ ਲਗਜ਼ਰੀ ਫੈਸਿਲਿਟੀਆਂ, ਸਨਰੂਫ, ਵੌਇਸ ਅਸਿਸਟੈਂਸ, ਐਲੈਕਸਾ ਆਦਿ ਫੀਚਰ ਦਿੱਤੇ ਗਏ ਹਨ, ਜੋ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਲਗਜ਼ਰੀ ਕਾਰ ਦੇ ਵਿੱਚ ਹੋਣਾ ਜ਼ਰੂਰੀ ਹੈ। ਤਾਂ ਆਪਾਂ ਕੰਪਨੀ ਦੇ ਪ੍ਰਮੋਟਰ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਨਾਲ ਸਵਾਗਤ ਹੈ ਸਰ ਤੁਹਾਡਾ ਲਾਈਵ ਭਾਰਤ ਦੇ ਵਿੱਚ। ਮੇਰਾ ਨਾਮ ਨਵਦੀਪ ਸਿੰਘ ਹੈ ਤੇ ਅੱਜ ਆਪਾਂ ਸਵਾਨੀ ਨੈਕਸਾ ਸ਼ੋਰੂਮ ਦੇ ਵਿੱਚ ਖੜ੍ਹੇ ਹਾਂ, ਜਿੱਥੇ ਕਿ ਆਪਾਂ ਗ੍ਰੈਂਡ ਵਿਟਾਰਾ ਗੱਡੀ ਦੀ ਗੱਲ ਕਰ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਸੁਣਿਆ ਹੀ ਹੋਗਾ ਗ੍ਰੈਂਡ ਵਿਟਾਰਾ, ਜਿਸ ਤਰ੍ਹਾਂ ਇਹਦਾ ਨਾਮ ਹੈ ਗ੍ਰੈਂਡ ਵਿਟਾਰਾ, ਇਹਦੇ ਵਿੱਚ ਫੀਚਰਸ ਵੀ ਗ੍ਰੈਂਡ ਨੇ, ਇਹਦੇ ਵਿੱਚ ਸਪੇਸ ਵੀ ਗ੍ਰੈਂਡ ਹੈ, ਇਹਦੀ ਮਾਈਲੇਜ ਵੀ ਗ੍ਰੈਂਡ ਹੈ, ਇਸੇ ਕਰਕੇ ਨਾਮ ਵੀ ਗ੍ਰੈਂਡ ਹੈ। ਇਸੇ ਕਰਕੇ ਇਹਦਾ ਨਾਮ ਗ੍ਰੈਂਡ ਵਿਟਾਰਾ ਵੀ ਅੱਜ ਜੀ। ਗ੍ਰੈਂਡ ਵੇਟਿੰਗ ਵੀ ਕਾਫੀ ਦਿਨਾਂ ਤੋਂ ਲੋਕ ਗ੍ਰੈਂਡ ਇਹਦੀ ਲਾਂਚਿੰਗ ਦੀ ਵੇਟ ਕਰਦੇ ਪਏ ਸੀ ਕਿ ਕਦੋਂ ਗ੍ਰੈਂਡ ਵਿਟਾਰਾ ਆਵੇ। ਜਿਹੜੇ ਕਿ ਆਪਣੀ ਕਾਰ ਅਪਡੇਟ ਕਰਨਾ ਚਾਹੁੰਦੇ ਸੀ, ਉਹ ਵੇਟਿੰਗ ਲਿਸਟ ਦੇ ਵਿੱਚ ਖਲੋਤੇ ਹੋਏ ਸੀ ਜੀ। ਤੁਸੀਂ ਜਿਸ ਤਰ੍ਹਾਂ ਸਾਰੇ ਜਾਣਦੇ ਹੀ ਹੋ ਕਿ ਇਹਦੀ ਜਿਹੜੀ ਬੁਕਿੰਗ ਹੈ ਉਹ ਆਲਮੋਸਟ 1.5 ਮਹੀਨਾ ਪਹਿਲਾਂ ਓਪਨ ਹੋ ਚੁੱਕੀਆਂ ਸੀਗੀਆਂ। ਕੰਪਨੀ ਵੱਲੋਂ ਦੱਸ ਦਿੱਤਾ ਗਿਆ ਸੀਗਾ ਕਿ ਸਪਟੈਂਬਰ ਐਂਡ ਤੱਕ ਜਿਹੜੀ ਇਹਦੀ ਆ ਲਾਂਚਿੰਗ ਕਰ ਦਿੱਤੀ ਜਾਏਗੀ। ਉਸੇ ਤਰ੍ਹਾਂ ਇਹਦਾ ਰਿਸਪੌਂਸ ਬਹੁਤ ਅੱਛਾ ਮਿਲਿਆ ਸਾਨੂੰ। ਤੁਸੀਂ ਅੱਜ ਵੀ ਦੇਖੋਗੇ ਇਹਦੀ ਲਾਂਚਿੰਗ ਦੇ ਟਾਈਮ ਸਾਡੇ ਕੋਲ 15 ਤੋਂ 20 ਬੁਕਿੰਗ ਜਿਹੜੀਆਂ ਆਲਮੋਸਟ ਹੁਣ ਤੱਕ ਆਪਾਂ ਕਰ ਚੁੱਕੇ ਹਾਂ, ਠੀਕ ਹੈ। ਤੇ ਜੇ ਆਪਾਂ ਗੱਡੀ ਦੀ ਗੱਲ ਕਰੀਏ, ਗੱਡੀ ਦੇ ਵਿੱਚ ਕਈ ਐਸੀਆਂ ਚੀਜ਼ਾਂ ਨਵੀਆਂ ਨੇ ਜਿਹੜੀਆਂ ਕਿ ਤੁਹਾਨੂੰ ਕਿਸੇ ਹੋਰ ਮਾਡਲ ਦੇ ਵਿੱਚ ਜਾਂ ਹੋਰ ਕੰਪਨੀ ਦੇ ਵਿੱਚ ਤੁਹਾਨੂੰ ਪਹਿਲਾਂ ਦੇਖਣ ਨੂੰ ਨਹੀਂ ਮਿਲੀਆਂ ਹੋਣਗੀਆਂ। ਜਿਸ ਤਰ੍ਹਾਂ ਇਹਦੇ ਵਿੱਚ ਜੇ ਗੱਲ ਕਰੀਏ ਆਪਾਂ, ਸਭ ਤੋਂ ਪਹਿਲਾਂ ਇਹਦੇ 2 ਇੰਜਨ ਆਪਸ਼ਨ ਦੀ, ਇਹਦੇ ਵਿੱਚ ਇੱਕ ਆਉਂਦਾ ਹੈ ਇੰਟੈਲੀਜੈਂਟ ਇਲੈਕਟ੍ਰਿਕ ਹਾਈਬ੍ਰਿਡ, ਇੱਕ ਆਉਂਦਾ 1.5 ਲੀਟਰ ਸਮਾਰਟ ਹਾਈਬ੍ਰਿਡ। ਇਹਦੀ ਜਿਹੜੀ ਅਟਰੈਕਟਿਵਨੈਸ ਦਾ ਕਾਰਨ ਬਣੀ ਹੋਈ ਆ ਉਹ ਇਹਦੀ ਮਾਈਲੇਜ ਬਣੀ ਹੋਈ ਆ। ਇਹਦੀ ਮਾਈਲੇਜ ਜਿਹੜੀ ਹੈਗੀ ਆ 27.97, ਜਿਹੜੀ ਕਿ ਹਾਲੇ ਤੱਕ ਇਸ ਸੈਗਮੈਂਟ ਦੇ ਵਿੱਚ ਕਿਸੇ ਹੋਰ ਗੱਡੀ ਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਇਹਦੇ ਵਿੱਚ ਆਲ ਗ੍ਰਿਪ ਵਾਲਾ ਇੱਕ ਮਾਡਲ ਆ ਰਿਹਾ, ਜਿਹਦੇ 4x4 ਜਿਹਨੂੰ ਆਪਾਂ ਕਹਿ ਸਕਦੇ ਹਾਂ। 4 ਉਹਦੇ ਵਿੱਚ ਮੋਡ ਆਉਂਦੇ ਨੇ ਜਿਹੜੇ ਆਪਾਂ ਯੂਜ਼ ਕਰ ਸਕਦੇ ਹਾਂ। ਜਿਹੜਾ ਬੰਦਾ ਟੈਕਨੋਲੋਜੀ ਨੂੰ ਲੈ ਕੇ ਟੈਕਨੋਲੋਜੀ ਲਵਰ ਹੈਗਾ ਆ, ਉਹ 4x4 ਵੱਲ ਜ਼ਰੂਰ ਜਾਏਗਾ, ਆਲ ਗ੍ਰਿਪ ਵਾਲੇ ਮਾਡਲ ਵੱਲ। ਤੇ ਜੇ ਆਪਾਂ ਇਹਦੇ ਫੀਚਰਸ ਦੀ ਗੱਲ ਕਰੀਏ, ਇਹ ਬਾਕੀਆਂ ਨਾਲੋਂ ਬੜੇ ਹਟ ਕੇ ਫੀਚਰ ਇਹਦੇ ਗੱਡੀ ਦੇ ਵਿੱਚ ਦਿੱਤੇ ਗਏ ਨੇ। ਜਿਸ ਤਰ੍ਹਾਂ ਕਿ ਪੈਨੋਰਾਮਿਕ ਸਨਰੂਫ, ਮਤਲਬ ਹਾਲੇ ਤੱਕ ਸਾਡੇ ਕੋਲ ਇਸ ਸੈਗਮੈਂਟ ਦੇ ਵਿੱਚ ਸਾਨੂੰ ਕਿਸੇ ਹੋਰ ਗੱਡੀ ਦੇ ਵਿੱਚ ਪੈਨੋਰਾਮਿਕ ਸਨਰੂਫ ਦੇਖਣ ਨੂੰ ਨਹੀਂ ਮਿਲਿਆ। ਤੁਸੀਂ ਦੇਖ ਹੀ ਸਕਦੇ ਹੋ। ਦੂਸਰੀ ਗੱਲ, ਜੋ ਕਿ ਇਹ ਗੱਡੀ ਲਾਂਚਿੰਗ ਤੋਂ ਪਹਿਲਾਂ ਇੱਕ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਹੀ ਹੈ ਕਿ ਗ੍ਰੈਂਡ ਵਿਟਾਰਾ ਦਾ ਸਨਰੂਫ ਵੀ ਬਹੁਤ ਗ੍ਰੈਂਡ ਹੈ। ਉਹ ਕੀ ਗ੍ਰੈਂਡ ਕੀ ਉਹਦੇ 'ਚ? ਗ੍ਰੈਂਡ ਦਾ ਕਾਰਨ ਇਹ ਹੈ ਜੀ, ਇਹਦੇ ਵਿੱਚ ਡਬਲ ਸਨਰੂਫ ਦਿੱਤਾ ਗਿਆ ਹੈ, ਜੋ ਕਿ ਜਦੋਂ ਆਪਾਂ ਨਾਰਮਲ ਕਾਰਾਂ ਦੇ ਵਿੱਚ ਹੁੰਦਾ ਹੈ ਕਿ ਸਿੰਗਲ ਸਨਰੂਫ ਆਉਂਦਾ, ਇਹਦੇ ਵਿੱਚ ਡਬਲ ਜਿਹੜਾ ਸਨਰੂਫ ਦਿੱਤਾ ਗਿਆ ਹੈ ਉਹ ਬੜਾ ਵਾਈਡ ਓਪਨ ਹੁੰਦਾ ਹੈ। ਇਹ ਆਲਮੋਸਟ 80% ਜਿਹੜਾ ਇਹਦਾ ਸਨਰੂਫ ਜਿਹੜਾ ਉਹ ਪੂਰਾ ਓਪਨ ਹੋ ਜਾਂਦਾ ਪਿੱਛੇ ਤੱਕ, ਜਿਹੜੀ ਕਿ ਬਾਹਰਲੀ ਵਿਜ਼ਿਬਿਲਿਟੀ ਜਿਹੜੀ ਆ, ਜਾਂ ਤੁਸੀਂ ਬਾਹਰਲੇ এনवायरमेंट ਦਾ ਜਿਹੜਾ ਆ ਲੁਤਫ ਉਠਾ ਸਕਦੇ ਹੋ ਉਹਦੇ ਵਿੱਚ ਜੀ। ਤੇ ਦੂਸਰੀ ਗੱਲ ਕਰੀਏ ਇਹਦੀ ਗੱਡੀ ਦੀ, ਤੇ ਜਿਹੜੀ ਇਲੈਕਟ੍ਰਿਕ ਕਮ ਹਾਈਬ੍ਰਿਡ ਹੈ ਟੈਕਨੋਲੋਜੀ, ਇਲੈਕਟ੍ਰਿਕ ਕਮ ਹਾਈਬ੍ਰਿਡ ਟੈਕਨੋਲੋਜੀ ਦੇ ਨਾਲ ਮਾਈਲੇਜ ਦੇ ਉੱਤੇ ਕਿੰਨਾ ਅਸਰ ਪੈਂਦਾ, ਜੋ ਕਿ ਇੰਨੀ ਜ਼ਿਆਦਾ ਮਾਈਲੇਜ ਵੱਧ ਜਾਂਦੀ ਹੈ? ਦੇਖੋ ਜੀ, ਇਹਦੇ ਵਿੱਚ ਜਿਹੜਾ ਇੰਟੈਲੀਜੈਂਟ ਇਲੈਕਟ੍ਰਿਕ ਹਾਈਬ੍ਰਿਡ ਇੰਜਨ ਆ ਰਿਹਾ, ਉਹਦੀ ਜਿਹੜੀ ਆਪਾਂ ਮਾਈਲੇਜ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ 27.97 ਕਿਲੋਮੀਟਰ ਪਰ ਲੀਟਰ ਹੈਗੀ ਆ। ਅੱਜ ਦੀ ਡੇਟ ਦੇ ਵਿੱਚ ਕਸਟਮਰ ਬਹੁਤ ਜ਼ਿਆਦਾ ਅਟਰੈਕਟ ਹੋ ਰਿਹਾ, ਕਿਉਂਕਿ ਡੀਜ਼ਲ ਇੰਜਨ ਦੀ ਵੀ ਹੀ ਇੰਨੀ ਮਾਈਲੇਜ ਨਹੀਂ ਆ ਰਹੀ ਆ, ਠੀਕ ਹੈ। ਇਹ ਬਹੁਤ ਹੀ ਇੱਕ ਅਨੋਖੀ ਟੈਕਨੋਲੋਜੀ ਹੀ ਦੱਸੀ ਜਾਏਗੀ, ਕਿਉਂਕਿ ਇਸ ਡੀਜ਼ਲ ਇੰਜਨ ਦੀ ਵੀ ਇੰਨੀ ਮਾਈਲੇਜ ਨਹੀਂ ਹੈ। ਉਸ ਤੋਂ ਬਾਅਦ ਇੱਕ ਪੈਟਰੋਲ ਕਮ ਹਾਈਬ੍ਰਿਡ ਗੱਡੀ, ਲਗਜ਼ਰੀ ਗੱਡੀ ਦਾ ਅਪਗ੍ਰੇਡ ਮਾਡਲ ਹੁੰਦਾ ਸੀ ਤੇ ਮਾਈਲੇਜ ਡਾਊਨ ਹੁੰਦੀ ਸੀ, ਪਰ ਉਲਟਾ ਹੋ ਗਿਆ, ਮਾਡਲ ਅਪਗ੍ਰੇਡ ਹੋ ਗਿਆ ਤਾਂ ਮਾਈਲੇਜ ਵੀ ਵੱਧ ਗਈ। ਜੀ ਬਿਲਕੁਲ ਤੁਸੀਂ ਸਹੀ ਕਿਹਾ। ਜਿੱਦਾਂ ਤੁਸੀਂ ਜਾਣਦੇ ਹੋ ਕਿ ਇਹ ਉਹ ਕਾਰ ਹੈ ਜਿਹੜੀ ਕਿ 27% ਮੋਰ ਫਿਊਲ ਐਫੀਸ਼ੀਐਂਟੀ ਹੈਗੀ ਆ ਕੰਪੈਰੀਜ਼ਨ ਟੂ ਅਦਰ ਵਹੀਕਲ ਦੇ ਨਾਲ, ਠੀਕ ਹੈ। ਉਸ ਤੋਂ ਇਲਾਵਾ 34% ਜਿਹੜੀ ਆ ਉਹ ਘੱਟ ਪੋਲਿਊਸ਼ਨ ਜਿਹੜੀ ਆ ਉਹ ਕ੍ਰੀਏਟ ਕਰਦੀ ਆ, ਠੀਕ ਹੈ ਜੀ।
100% ਜਿਹੜਾ ਆ ਡਰਾਈਵਿੰਗ ਜਿਹੜੀ ਹੈ ਇਹਦੀ ਆ ਉਹ ਈਵੀ ਮੋਡ ਰਹੇਗੀ, ਮਤਲਬ ਸਾਇਲੈਂਟ ਮੋਟਰ ਤੇ ਰਹੇਗੀ, ਮੋਟਰ ਤੇ ਹੀ ਗੱਡੀ ਚੱਲੇਗੀ। ਸੋ ਇਹ ਬੜਾ ਜ਼ਿਆਦਾ ਇੱਕ ਆਕਰਸ਼ਿਤ ਦਾ ਕੇਂਦਰ ਬਣੀ ਹੋਈ ਹੈ ਹੁਣ ਤੱਕ। ਤੇ ਦੂਸਰੀ ਚੀਜ਼ ਇਹਦੇ 'ਚ ਇੱਕ ਹੋਰ ਚੀਜ਼ ਜੋ ਕਿ ਸਾਨੂੰ ਪਤਾ ਲੱਗੀ ਹੈ ਕਿ ਇਹ ਗੱਡੀ ਜਿਹੜੀ ਹੈ ਸਿਟੀ ਦੇ ਵਿੱਚ ਇਹਦੀ ਮਾਈਲੇਜ ਜ਼ਿਆਦਾ ਹੁੰਦੀ ਹੈ ਕੰਪੈਰੀਟਿਵ ਜੇ ਆਪਾਂ ਲੌਂਗ ਰੂਟ ਤੇ ਜਾਂਦੇ ਆ। ਜੀ ਬਿਲਕੁਲ ਤੁਸੀਂ ਸਹੀ ਕਿਹਾ। ਨਾਰਮਲੀ ਕੀ ਹੁੰਦਾ ਹੈ, ਪੈਟਰੋਲ ਸਭ ਤੋਂ ਜ਼ਿਆਦਾ ਕਦੋਂ ਲੱਗਦਾ? ਜਦੋਂ ਆਪਾਂ ਗੱਡੀ ਸਟਾਰਟ ਕਰਦੇ ਹਾਂ, ਠੀਕ ਹੈ। ਇਹਦੇ ਵਿੱਚ ਉਦੋਂ ਪੈਟਰੋਲ ਘੱਟ ਲੱਗੇਗਾ। ਉਹਦਾ ਰੀਜ਼ਨ ਇਹ ਹੈ ਕਿ ਗੱਡੀ ਜਦੋਂ ਸਟਾਰਟ ਹੀ ਬੈਟਰੀ ਤੇ ਹੋਏਗੀ। ਜਦੋਂ ਗੱਡੀ ਬੈਟਰੀ ਤੇ ਸਟਾਰਟ ਹੋਏਗੀ ਓਬਵੀਅਸਲੀ ਉਹਦੇ ਫਿਊਲ ਜਿਹੜੀ ਐਫੀਸ਼ੀਐਂਸੀ ਉਹ ਅੱਛੀ ਦੇਗੀ। 40 ਸਪੀਡ ਕੁਝ ਕਿਲੋਮੀਟਰ ਤੱਕ ਜਿਹੜੀ ਹੈ ਉਹ ਗੱਡੀ ਬੈਟਰੀ ਤੇ ਹੀ ਵਰਕ ਕਰੇਗੀ, ਅਨਲੈਸ ਜਦੋਂ ਤੁਸੀਂ ਬੈਟਰੀ ਜਿੰਨਾ ਦੇਰ ਤੱਕ ਚਾਰਜ ਰਹੇਗੀ ਉਹ ਉਨੀ ਦੇਰ ਤੱਕ ਉਹ ਬੈਟਰੀ ਤੇ ਹੀ ਵਰਕ ਕਰੇਗੀ। ਜਦੋਂ ਬੈਟਰੀ ਚਾਰਜ ਜਦੋਂ ਤੱਕ ਦਿਖਾਏਗੀ ਉਹ ਚਾਰਜਿੰਗ ਪੁਆਇੰਟ ਘੱਟ ਹੈਗੇ, ਉਹ ਆਟੋਮੈਟਿਕਲੀ ਸ਼ਿਫਟ ਕਰ ਜਾਏਗੀ ਇੰਜਨ ਤੇ, ਫਿਰ ਇੰਜਨ ਵਰਕ ਕਰਨਾ ਸ਼ੁਰੂ ਕਰ ਦੇਗਾ। ਸੋ ਇਹ ਇਹਦਾ ਪ੍ਰੋਸੈਸ ਹੈਗਾ। ਜਦੋਂ ਇੰਜਨ ਤੇ ਬੈਟਰੀ ਦੋਨੋਂ ਵਰਕ ਟੁਗੈਦਰ ਕਰਨਗੇ, ਇੰਜਨ ਤੇ ਲੋਡ ਜਿਹੜਾ ਘੱਟ ਪਏਗਾ, ਉਹਦੇ ਨਾਲ ਫਿਊਲ ਐਫੀਸ਼ੀਐਂਸੀ ਜ਼ਿਆਦਾ ਆਏਗੀ। ਫਿਊਲ ਐਫੀਸ਼ੀਐਂਸੀ ਜ਼ਿਆਦਾ ਆਏਗੀ ਤਾਂ ਸਭ ਤੋਂ ਅਨੋਖੀ ਚੀਜ਼ ਇਹਦੀ ਬੈਟਰੀ ਵੀ ਚਾਰਜ ਕਰਨ ਦੀ ਲੋੜ ਨਹੀਂ ਹੈ, ਬੈਟਰੀ ਵੀ ਆਪਣੇ ਆਪ ਚਾਰਜ ਹੋ ਜਾਏਗੀ। ਇਹ ਇੱਕ ਟੈਕਨੋਲੋਜੀ, ਐਡਵਾਂਸ ਟੈਕਨੋਲੋਜੀ ਇਸ ਗੱਡੀ ਦੇ ਵਿੱਚ ਦਿੱਤੀ ਗਈ ਹੈ ਜਿੱਥੇ ਕਿ ਬੈਟਰੀ ਵੀ ਚਾਰਜ ਕਰਨ ਦੀ ਲੋੜ ਨਹੀਂ। 40 ਦੀ ਸਪੀਡ ਤੱਕ ਦੀ ਗੱਡੀ ਤੁਹਾਡੀ ਬੈਟਰੀ ਤੇ ਚੱਲੇਗੀ, ਪਰ ਬੈਟਰੀ ਚਾਰਜ ਕਰਨ ਦੀ ਲੋੜ ਨਹੀਂ ਹੈ। ਤੇ ਦੂਸਰਾ ਹੋਰ ਵੀ ਇਹਦੇ ਫੀਚਰ ਤੇ ਕੁਝ ਤੇ ਇਹਦੇ ਆਊਟਰ ਲੁੱਕ ਬਾਰੇ ਸਾਨੂੰ ਦੱਸੋ। ਹਾਂਜੀ, ਜੇ ਇਹਦੇ ਆਪਾਂ ਫਰੰਟ ਲੁੱਕ ਦੀ ਗੱਲ ਕਰੀਏ ਤੇ ਫਰੰਟ ਫੇਸ਼ੀਆ ਕ੍ਰੋਮ ਫਿਊਚਰਿਜ਼ਮ ਜਿਹਦੀ ਇਹਦੀ ਗ੍ਰਿਲ ਆ ਰਹੀ ਆ, ਜਿਹੜੀ ਕਿ ਇਹਦੀ ਲੁੱਕ ਨੂੰ ਇਨਹੈਂਸ ਕਰ ਰਹੀ ਆ। ਪਲੱਸ ਇਹਦੇ LED ਡੇ ਟਾਈਮ ਰਨਿੰਗ ਲੈਂਪ ਇਹਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਨੇ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਫਰੰਟ ਪ੍ਰੋਜੈਕਟਰ ਹੈਡਲੈਂਪ ਆ ਰਹੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਆਪਾਂ ਇਹਦੀ ਵਿੰਡਸ਼ੀਲਡ ਦੀ ਗੱਲ ਕਰੀਏ, ਬੜੀ ਲਾਰਜ ਫਰੰਟ ਵਿੰਡਸ਼ੀਲਡ ਹੈ, ਜਿਹਦਾ ਬੈਨੀਫਿਟ ਇਹ ਆ ਕਿ ਅੰਦਰੋਂ ਵਿਜ਼ਿਬਿਲਿਟੀ ਜਿਹੜੀ ਉਨੀ ਅੱਛੀ ਦਿਖੇਗੀ ਜਦੋਂ ਆਪਾਂ ਡਰਾਈਵਿੰਗ ਕਰਦੇ ਹੋਵਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਆਪਾਂ ਇਹਦੀ ਗੱਲ ਕਰੀਏ ਇਹਦੇ ਜਿਹੜਾ ਟਾਇਰ ਸਾਈਜ਼ ਹੈਗਾ, ਟਾਇਰ ਸਾਈਜ਼ ਇਹਦਾ 17 ਇੰਚਸ ਪ੍ਰੈਸੀਸ਼ਨ ਕੱਟ ਡਿਊਲ ਟੋਨ ਅਲੋਏ ਵੀਲ ਹੈਗਾ ਇਹਦਾ, ਠੀਕ ਹੈ ਜੀ, ਜਿਹੜਾ ਕਿ ਇਹਦੀ ਲੁੱਕ ਨੂੰ ਹੋਰ ਇਨਹੈਂਸ ਕਰ ਰਿਹਾ। ਤੁਸੀਂ ਜਿਸ ਤਰ੍ਹਾਂ ਦੇਖ ਹੀ ਰਹੇ ਹੋ ਇਹਦੀ ਜਿਹੜੀ ਸਾਈਡ ਬੈਲਟ ਲਾਈਨ ਆ ਰਹੀ ਹੈ ਕ੍ਰੋਮ, ਜਿਹੜੀ ਕਿ ਵਿੰਡੋ ਦੇ ਉੱਤੇ ਦਿੱਤੀ ਗਈ ਹੈ, ਠੀਕ ਹੈ ਜੀ, ਇਹਦੀ ਲੁੱਕ ਨੂੰ ਹੋਰ ਜ਼ਿਆਦਾ ਇਨਹੈਂਸ ਕਰ ਰਹੀ ਹੈ। ਇਹ ਜੀ ਇਹ ਮੋਸਟਲੀ ਐਟ ਐਸੇ ਵੇਰੀਐਂਟ ਦੇ ਵਿੱਚ ਜਾਂ ਇਹਨਾਂ ਦੇ ਕੰਪੈਰੀਜ਼ਨ ਜਿੰਨੀਆਂ ਗੱਡੀਆਂ ਆਉਂਦੀਆਂ ਉਹਨਾਂ 'ਚ ਤੁਹਾਨੂੰ ਇਹ ਚੀਜ਼ ਦੇਖਣ ਨੂੰ ਨਹੀਂ ਮਿਲੇਗੀ। ਸਭ ਤੋਂ ਜ਼ਿਆਦਾ ਇਹਦਾ ਜਿਹੜਾ ਆਕਰਸ਼ਿਤ ਦਾ ਕੇਂਦਰ ਬਣੀ ਹੋਈ ਆ ਉਹ ਹੈਗੀ ਇਹਦੀ ਗਰਾਊਂਡ ਕਲੀਅਰੈਂਸ, ਵਿਚ ਇਜ਼ 210 mm। ਇਸ ਸੈਗਮੈਂਟ ਦੇ ਵਿੱਚ ਇਹ ਵੀ ਬੜੀ ਬੈਸਟ ਹੈਗੀ ਹੈ, ਠੀਕ ਹੈ ਜੀ। ਹੁਣ ਜੇ ਆਪਾਂ ਗੱਲ ਕਰੀਏ, ਕੀਲੈਸ ਐਂਟਰੀ ਦਿੱਤੀ ਗਈ ਹੋਈ ਹੈ ਇਸ ਸੈਗਮੈਂਟ ਦੇ ਵਿੱਚ, ਠੀਕ ਹੈ। ਇੰਟੀਰੀਅਰ ਦੀ ਜੇ ਆਪਾਂ ਗੱਲ ਕਰੀਏ, ਇਹਦੇ ਵਿੱਚ 9 ਇੰਚਸ ਸਮਾਰਟ ਪਲੇ ਪ੍ਰੋ ਪਲੱਸ ਮਿਊਜ਼ਿਕ ਸਿਸਟਮ ਦਿੱਤਾ ਗਿਆ ਹੈ, ਬੜਾ ਐਡਵਾਂਸ ਮਿਊਜ਼ਿਕ ਸਿਸਟਮ ਹੈਗਾ ਹੈ, ਠੀਕ ਹੈ ਜੀ। ਇਹਦੇ 'ਚ ਜਿਹੜਾ ਇਹਦੀ ਕੁਆਲਿਟੀ ਹੈਗੀ ਆ, ਮਿਊਜ਼ਿਕ ਦੀ ਕੁਆਲਿਟੀ ਜਿਹੜੀ ਆ ਉਹ ਆਰਕਮਿਸ ਦੀ ਦਿੱਤੀ ਗਈ ਹੋਈ ਹੈ, ਠੀਕ ਹੈ। 4 ਸਪੀਕਰ ਵਿਦ 2 ਟਵੀਟਰ। ਇਹਦਾ ਤੁਸੀਂ ਇੰਟੀਰੀਅਰ ਦੇਖ ਸਕਦੇ ਹੋ, ਸ਼ੈਂਪੇਨ ਗੋਲਡ ਫਿਨਿਸ਼ਿੰਗ ਜਿਹੜੀ ਇਹਦਾ ਇੰਟੀਰੀਅਰ ਆ ਰਿਹਾ ਵਿਦ ਲੈਦਰ ਫਿਨਿਸ਼ਿੰਗ ਦੇ ਨਾਲ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਆਪਾਂ ਇਹਦੀ ਗੱਲ ਕਰੀਏ, ਇਹ ਆਟੋਮੈਟਿਕ ਵਰਜ਼ਨ ਦਿੱਤਾ ਗਿਆ ਹੈ ਜਿਹੜਾ ਕਿ 6 ਸਪੀਡ ਆਟੋਮੈਟਿਕ ਹੈਗਾ ਆ, ਠੀਕ ਹੈ। 6 ਸਪੀਡ ਆਟੋਮੈਟਿਕ। ਤੇ ਦੂਸਰੀ ਗੱਲ ਕਰੀਏ ਤੇ ਇਹਦੇ ਵਿੱਚ ਬਾਕੀ ਹੋਰ ਫੀਚਰ ਜਿਸ ਤਰ੍ਹਾਂ ਕਿ ਮੋਬਾਈਲ ਚਾਰਜਿੰਗ, ਸਨਰੂਫ, ਵੌਇਸ ਅਸਿਸਟੈਂਟ, ਇਸ ਤਰ੍ਹਾਂ ਦੇ ਵੀ ਫੀਚਰ ਇਹਦੇ ਐਡਵਾਂਸ ਟੈਕਨੋਲੋਜੀ। ਬਿਲਕੁਲ ਜੀ ਬਿਲਕੁਲ। ਤੁਸੀਂ ਜਿੱਦਾਂ ਦੇਖ ਹੀ ਰਹੇ ਹੋ, ਇਹਦੇ ਵਿੱਚ 360 ਵੀ ਕੈਮਰਾ ਆ ਰਿਹਾ, ਠੀਕ ਹੈ ਜੀ। 360 ਵੀ ਕੈਮਰਾ ਦੇ ਨਾਲ ਨਾਲ ਇਹਦੇ ਵਿੱਚ ਹੈਡ ਅਪ ਡਿਸਪਲੇ ਆ ਰਹੀ ਆ, ਵਾਇਰਲੈਸ ਚਾਰਜਿੰਗ ਪੁਆਇੰਟ ਆ ਰਿਹਾ, ਪੈਨਾਰੋਮਿਕ ਸਨਰੂਫ ਆ ਰਹੀ ਆ, ਹਿਲ ਡਿਸੈਂਟ ਹੋਲਡ ਆ ਰਿਹਾ। ਹਿਲ ਹੋਲਡ ਤੁਸੀਂ ਸੁਣਿਆ ਹੋਵੇਗਾ, ਹਿਲ ਡਿਸੈਂਟ ਹੋਲਡ, ਦਿਸ ਇਜ਼ ਫਸਟ ਇਨ ਸੈਗਮੈਂਟ। ਇਹ ਇੰਨਾ ਕੁ ਜ਼ਿਆਦਾ ਅਟਰੈਕਟ ਕਰ ਰਿਹਾ ਸਾਡੇ ਕੋਲ, ਬਹੁਤ ਜ਼ਿਆਦਾ ਕਸਟਮਰ ਆਣ ਕੇ ਪੁੱਛ ਰਹੇ ਨੇ ਕਿ ਇਹ ਤੁਸੀਂ ਇਸ ਸੈਗਮੈਂਟ ਦੇ ਵਿੱਚ ਵੀ ਦੇ ਦਿੱਤਾ ਆਲਰੇਡੀ। ਤੇ ਇਹ ਬਹੁਤ ਕਾਫੀ ਅੱਛੇ ਫੀਚਰ ਨੇ ਜਿਹੜੇ ਕਿ ਤੁਹਾਨੂੰ ਇਸ ਸੈਗਮੈਂਟ ਦੇ ਵਿੱਚ ਮਿਲ ਰਹੇ ਨੇ। ਉਸ ਤੋਂ ਇਲਾਵਾ ਜਿੱਦਾਂ ਤੁਸੀਂ ਦੇਖ ਰਹੇ ਹੋ, ਫਰੰਟ ਡਿਸਪਲੇ ਦੇ ਵਿੱਚ 7 ਇੰਚਜ਼ ਦਾ TFT ਇੰਸਟਰੂਮੈਂਟ ਕਲਸਟਰ ਦਿੱਤਾ ਗਿਆ ਹੋਇਆ, ਜਿਹਦੇ ਵਿੱਚ ਤੁਹਾਨੂੰ ਦੱਸੇਗਾ ਕਦੋਂ ਬੈਟਰੀ ਵਰਕ ਕਰਦੀ ਹੈ, ਕਦੋਂ ਇੰਜਨ ਵਰਕ ਕਰ ਰਿਹਾ, ਕਦੋਂ ਜਿਹੜੀ ਰੀਜਨਰੇਟਿਵ એનર્ਜੀ ਹੈ ਜਿਹੜੀ ਟਾਇਰਸ ਤੋਂ ਬੈਟਰੀ ਨੂੰ ਚਾਰਜ ਕਰ ਰਹੀ ਹੈ। ਸੋ ਇਹ ਸਾਰਾ ਪ੍ਰੋਸੈਸ ਜਿਹੜਾ ਤੁਹਾਡੀ ਹੈ 7 ਇੰਚਜ਼ TFT ਡਿਸਪਲੇ ਦੇ ਵਿੱਚ ਦਿਖਾਈ ਦੇਵੇਗਾ ਜੀ। ਬਹੁਤ ਹੀ ਵਧੀਆ ਫੀਚਰ। ਸਭ ਤੋਂ ਵਧੀਆ ਜੋ ਕਿ ਹਿਲਸ ਦੇ ਵਿੱਚ ਅਗਰ ਜੇ ਜਾਂਦੇ ਹਾਂ ਆਪਾਂ, ਜਿਸ ਤਰ੍ਹਾਂ ਕਿ ਅੰਮ੍ਰਿਤਸਰ ਨੀਅਰ ਅਬਾਊਟ ਹਿਲਸ ਹੈ, ਇੱਥੇ ਅਕਸਰ ਹੀ ਛੁੱਟੀਆਂ ਦੇ ਟਾਈਮ ਤੇ ਲੋਕ ਡਲਹੌਜ਼ੀ ਤੇ ਹਿਮਾਚਲ ਵੱਲ ਰੂਟ ਕਰ ਲੈਂਦੇ ਆ, ਲੇਕਿਨ ਜਦੋਂ ਪਹਾੜੀ ਦੇ ਉੱਤੇ ਚੱਲਦੀ ਹੈ ਗੱਡੀ ਤਾਂ ਕਈ ਵਾਰ ਬ੍ਰੇਕ ਇਸ ਤਰ੍ਹਾਂ ਦੀ ਜਗ੍ਹਾ ਤੇ ਲਗਾਉਣੀ ਪੈ ਜਾਂਦੀ ਹੈ ਜਿੱਥੇ ਕਿ ਗੱਡੀ ਦੀ ਬ੍ਰੇਕ ਛੱਡੋ ਤੇ ਪਿੱਛੇ ਨੂੰ ਆ ਜਾਂਦੀ ਹੈ ਗੱਡੀ। ਲੇਕਿਨ ਇਹ ਗੱਡੀ ਇੰਨੀ ਸਮਾਰਟ ਟੈਕਨੋਲੋਜੀ ਹੈ ਕਿ ਤੁਹਾਨੂੰ ਟਾਈਮ ਦੇਗੀ ਕਿ ਤੁਸੀਂ ਆਪਣੀ ਗੱਡੀ ਦੀ ਸਟੇਬਿਲਿਟੀ ਬਣਾ ਕੇ ਬ੍ਰੇਕ ਛੱਡ ਕੇ ਰੇਸ ਦਬਾ ਸਕੋ। ਤੇ ਇਹ ਟੈਕਨੋਲੋਜੀ ਦੇ ਨਾਲ ਜੇ ਸੇਫਟੀ ਦੀ ਗੱਲ ਕਰੀਏ ਤੇ ਸੇਫਟੀ ਨੂੰ ਧਿਆਨ 'ਚ ਰੱਖਦੇ ਹੋਏ ਕੀ ਇਹਦੇ 'ਚ ਅਪਗ੍ਰੇਡ ਕੀਤਾ ਗਿਆ ਜੀ? ਸੇਫਟੀ ਨੂੰ ਦੇਖਦੇ ਹੋਏ ਸਰ ਇਹਦੇ ਵਿੱਚ 6 에ਅਰਬੈਗ ਦਿੱਤੇ ਗਏ ਹੋਏ ਨੇ,
ਜਿਹੜੇ ਕਿ ਤੁਸੀਂ ਦੇਖੋਗੇ 2 ਫਰੰਟ ਦੇ ਵਿੱਚ ਆ ਜਾਣਗੇ, ਬਾਕੀ ਜਿਹੜੇ 4 ਹੈ ਉਹ ਸਾਈਡ ਕਰਟਨ 에ਅਰ ਬੈਗਸ ਆ ਜਾਣਗੇ। ਪਾਰਕਿੰਗ ਸੈਂਸਰ ਦਿੱਤੇ ਗਏ ਨੇ, ABS CBD ਬ੍ਰੇਕਸ, ਹਿਲ ਹੋਲਡ ਅਸਿਸਟ, ਹਿਲ ਡਿਸੈਂਟ, ਮਤਲਬ ਇਹ ਸਾਰੇ ਫੀਚਰ 360 ਵਿਊ ਕੈਮਰਾ, ਇਹ ਤੁਹਾਨੂੰ ਸਾਰੇ ਗ੍ਰੈਂਡ ਵਿਟਾਰਾ ਦੇ ਵਿੱਚ ਦੇਖਣ ਨੂੰ ਮਿਲਣਗੇ ਸਰ। ਤੇ ਗ੍ਰੈਂਡ ਵਿਟਾਰਾ ਆਪਣੇ ਆਪ 'ਚ ਇੱਕ ਬਹੁਤ ਹੀ ਖੂਬਸੂਰਤ ਗੱਡੀ ਤੇ ਨਵੀਂ ਟੈਕਨੋਲੋਜੀ ਦੇ ਨਾਲ, ਤੇ ਸਭ ਤੋਂ ਵੱਡੀ ਚੀਜ਼ ਇਸ ਦੀ ਇਹ ਚੀਜ਼ ਪਸੰਦ ਕੀਤੀ ਜਾ ਰਹੀ ਹੈ ਕਿ ਇਸ ਦੀ ਮਾਈਲੇਜ ਜਿਹੜੀ ਹੈ ਉਹ ਇਸ ਰੇਂਜ ਦੀ ਲਗਜ਼ਰੀ ਰੇਂਜ ਦੇ ਵਿੱਚ ਸਭ ਤੋਂ ਜ਼ਿਆਦਾ ਮਾਈਲੇਜ ਦੇ ਰਹੀ ਹੈ ਗੱਡੀ। ਉਸ ਤੋਂ ਵੀ ਵੱਡੀ ਗੱਲ ਇਹ ਇਕੋ ਫਰੈਂਡਲੀ ਕਿ ਬਾਕੀ ਗੱਡੀਆਂ ਨਾਲੋਂ ਬਹੁਤ ਹੀ ਘੱਟ ਪੋਲਿਊਸ਼ਨ ਪੈਦਾ ਕਰਦੀ ਹੈ ਤੇ 40 ਦੀ ਸਪੀਡ ਤੱਕ ਬੈਟਰੀ ਤੇ ਰਨ ਕਰਦੀ ਹੈ, ਜਿਹਦੇ ਨਾਲ ਤੁਹਾਡੇ ਇੰਜਨ ਦੀ ਲਾਈਫ ਤੇ ਮਾਈਲੇਜ ਦੋਨੋਂ ਚੀਜ਼ਾਂ ਵਧਦੀ ਹੈ ਤੇ ਇੰਜਨ ਦੀ ਐਫੀਸ਼ੀਐਂਸੀ ਵੀ ਵਧਦੀ ਹੈ। ਇੰਜਨ ਦੀ ਐਫੀਸ਼ੀਐਂਸੀ ਵੀ ਵਧਦੀ ਹੈ ਤੇ ਨਾਲ ਮਾਈਲੇਜ ਵੀ ਵਧਦੀ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਪੈਕੇਜ ਜੋ ਨੈਕਸਾ ਨੇ ਲਾਂਚ ਕੀਤਾ ਗਿਆ ਗ੍ਰੈਂਡ ਵਿਟਾਰਾ ਦੇ ਨਾਲ, ਜਿਹਦੇ ਵਿੱਚ ਲਗਜ਼ਰੀ, ਸੇਫਟੀ ਤੇ ਦੂਸਰੀ ਚੀਜ਼ ਗੱਲ ਕਰੀਏ ਸਭ ਤੋਂ ਵੱਡੀ ਗੱਲ ਸੇਵਿੰਗ ਦਾ ਵੀ, ਕਿਉਂਕਿ ਇਹਦੀ ਮਾਈਲੇਜ ਸਭ ਤੋਂ ਜ਼ਿਆਦਾ ਤੇ ਜੇਬ ਦੇ ਵਿੱਚ ਰਨਿੰਗ ਕੋਸਟ ਵੀ ਘੱਟ ਪਏਗੀ। ਤੇ ਇਸ ਕਰਕੇ ਫਿਊਚਰਿਸਟਿਕ ਕਾਰ ਇਹ ਦੱਸੀ ਜਾ ਰਹੀ ਹੈ ਜੋ ਕਿ ਇਲੈਕਟ੍ਰਿਕ ਕਮ ਪੈਟਰੋਲ ਹਾਈਬ੍ਰਿਡ ਗੱਡੀ ਹੈ, ਆਪਣੇ ਆਪ 'ਚ ਇੱਕ ਬਹੁਤ ਹੀ ਅੱਛੀ ਟੈਕਨੋਲੋਜੀ ਦੇ ਨਾਲ ਲਾਂਚ ਕੀਤੀ ਗਈ ਹੈ। ਤੇ ਲਾਈਵ ਭਾਰਤ ਆਪਣੇ ਰਫਤਾਰ ਪ੍ਰੋਗਰਾਮ ਦੇ ਵਿੱਚ ਇਸ ਗੱਡੀ ਦੇ ਬਾਰੇ ਤੁਹਾਨੂੰ ਜੋ ਵੀ ਜਾਣਕਾਰੀ ਦਿੱਤੀ ਹੈ ਉਸ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਹੈ ਉਸ ਬਾਰੇ ਸਾਨੂੰ ਕਮੈਂਟ ਕਰਕੇ ਜ਼ਰੂਰ ਸਾਂਝਾ ਕਰੋ ਤੇ ਤੁਸੀਂ ਇਸ ਖਬਰ ਨੂੰ ਹੋਰ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਹੋਰ ਲੋਕਾਂ ਨੂੰ ਵੀ ਇਸ ਬਾਰੇ ਜਾਣੂ ਹੋਵੇ। ਆਪਾਂ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਬਣੇ ਰਹੋ ਲਾਈਵ ਭਾਰਤ ਦੇ ਨਾਲ। ਕੈਮਰਾਮੈਨ ਸ਼ਿਵਰਾਜ ਦੇ ਨਾਲ ਕੈਲਾਸ਼ ਪ੍ਰਜਾਪਤੀ ਰਿਪੋਰਟ। ਹਾਂ, ਮੇਰਾ ਨਾਮ ਸਮਿੰਦਰ ਸਿੰਘ ਕੁਰਬਾ ਹੈ। ਮੈਂ ਜ਼ੋਨਲ ਹੈੱਡ ਪੰਜਾਬ ਐਂਡ ਸਿੰਧ ਬੈਂਕ ਅੰਮ੍ਰਿਤਸਰ ਜ਼ੋਨ ਹੈਗਾ ਔਰ ਇੱਥੇ ਸਾਡਾ ਸਵਾਨੀ ਮੋਟਰਸ ਦੇ ਨਾਲ ਬੜਾ ਪੁਰਾਣਾ ਐਸੋਸੀਏਸ਼ਨ ਰਿਹਾ ਹੈਗਾ। ਲਾਸਟ ਟਾਈਮ ਵੀ ਜਿਹੜੀ ਗੱਡੀ ਇਨੋਗਰੇਟ ਹੋਈ ਸੀ ਉਹਦੇ 'ਚ ਮੈਂ ਪਹੁੰਚਿਆ ਸੀ। ਸਾਡੇ ਬੈਂਕ ਫਾਈਨਾਂਸ ਕਰਨ ਦੇ ਵਿੱਚ, ਗੱਡੀ ਫਾਈਨਾਂਸ ਕਰਨ ਦੇ ਵਿੱਚ ਐਬਸੋਲਿਊਟਲੀ ਫਾਸਟ ਕੰਮ ਕਰਦਾ ਹੈਗਾ। ਵਿਦਿਨ 2 to 3 ਆਵਰਸ ਅਸੀਂ ਗੱਡੀ ਫਾਈਨਾਂਸ ਕਰ ਦਿੰਦੇ ਹੈਗੇ ਹਾਂ। ਜਦੋਂ ਕਸਟਮਰ ਆ ਕੇ ਆਪਣਾ ਬਾਇਓਡਾਟਾ ਦੇ ਰਿਹਾ ਹੁੰਦਾ ਉਤਨੀ ਦੇਰ ਦੇ ਵਿੱਚ ਹੀ ਜਦੋਂ ਸਟਾਰਟ ਹੋ ਜਾਂਦਾ ਪ੍ਰੋਸੈਸ, ਵਿਦਿਨ 3 ਆਵਰਸ ਅਸੀਂ ਕਾਰ ਲੋਨ ਸੈਂਕਸ਼ਨ ਕਰਦੇ ਹਾਂ। ਇਸ ਟਾਈਮ ਕਾਰ ਲੋਨ ਦੇ ਉੱਤੇ ਰੇਟ ਆਫ ਇੰਟਰਸਟ ਅਸੀਂ 7.75 ਚਾਰਜ ਕਰ ਰਹੇ ਹਾਂ, ਵਿਚ ਇਜ਼ ਲੋਐਸਟ ਇਨ ਇੰਡਸਟਰੀ। ਕੰਪਲੀਟ ਅੱਜ ਦੀ ਡੇਟ 'ਚ ਕੰਪੈਟੀਟਿਵ ਰੇਟ ਹੈਗਾ ਸਾਡਾ। ਜੀ, ਇਹ ਕਾਰ ਮੈਂ ਖੁਦ ਬੜਾ ਇੰਪ੍ਰੈਸ ਹੋਇਆ। ਜਿਹੜੀ ਗ੍ਰੈਂਡ ਵਿਟਾਰਾ ਕਾਰ ਹੈਗੀ ਆ, ਦਿਸ ਇਜ਼ ਅ ਕਾਰ ਫॉर ਫਿਊਚਰ। ਇਹ ਕਾਰ ਅੱਜ ਦੀ ਡੇਟ ਦੇ ਵਿੱਚ ਲਗਾ ਕੇ ਚੱਲੀਏ, ਇਹ ਕਾਰਾਂ ਦਾ ਭਵਿੱਖ ਬਣਾਏਗੀ ਸਾਡੀ, ਕਿਉਂਕਿ ਇਹਦੇ 10 ਵੇਰੀਐਂਟ ਲਾਂਚ ਕੀਤੇ ਨੇ ਇਹਨਾਂ ਨੇ 4+3+2+1 ਕਰਕੇ। ਇਹ ਕਾਰ ਪੈਟਰੋਲ ਤੋਂ ਸ਼ੁਰੂ ਹੁੰਦੀ ਹੈ ਔਰ ਹਾਈਬ੍ਰਿਡ ਮਾਡਲ ਤੱਕ ਜਾਂਦੀ ਹੈ, ਜਿਹਦੇ 'ਚ ਬੈਟਰੀ ਆਪਰੇਟਿਡ ਵਹੀਕਲ ਹੈਗਾ। ਇਹ ਹਾਈਵੇਜ਼ ਦੇ ਉੱਤੇ ਤੇ ਪੈਟਰੋਲ ਤੇ ਚੱਲ ਰਹੀ ਹੈ ਔਰ ਸਿਟੀ ਦੇ ਵਿੱਚ ਜਾਏਗੀ ਜਦੋਂ 40 ਦੀ ਸਪੀਡ ਤੋਂ ਉੱਥੇ ਨੀਚੇ ਆ ਜਾਏਗੀ, ਇਹ ਬੈਟਰੀ ਤੇ ਚਲੀ ਜਾਏਗੀ। ਕਾਰ ਚਲਦੀ ਪੈਟਰੋਲ ਦੇ ਵਿੱਚ ਤੁਹਾਡੀ ਬੈਟਰੀ ਚਾਰਜ ਹੁੰਦੀ ਹੈ, ਸੋ ਬੈਟਰੀ ਨੂੰ ਅਲੱਗ ਤੋਂ ਚਾਰਜ ਕਰਨ ਦਾ ਝੰਜਟ ਨਹੀਂ ਹੈਗਾ। ਬਹੁਤ ਸਾਰੇ ਫੀਚਰਸ, ਜਿਸ ਤਰ੍ਹਾਂ ਇਹਦਾ ਸਨਰੂਫ ਹੈਗਾ ਜਾਂ ਇਹਦੀ ਵਹੀਕਲ ਦੀ ਐਡਜਸਟਮੈਂਟ ਜਦੋਂ ਇਹ ਆਟੋ ਪਾਇਲਟ ਮੋਡ ਦੇ ਉੱਤੇ ਹਾਈਵੇ ਦੇ ਉੱਤੇ ਚੱਲ ਰਹੀ ਹੁੰਦੀ ਹੈ, ਸਪੀਡ ਘੱਟ ਵੱਧ ਕਰਨ ਦੇ ਕੰਟਰੋਲ ਸਾਰੇ ਹੱਥ ਦੇ ਵਿੱਚ ਦਿੱਤੇ ਹੋਏ ਨੇ। ਮਤਲਬ ਇੱਕ ਜਦੋਂ ਸੀਟ ਦੀ ਕੰਫਰਟ ਦੇਖੀਏ ਤੇ ਚਾਹੇ ਉਹ ਡਰਾਈਵਿੰਗ ਸੀਟ ਹੈ ਉਹ ਬਹੁਤ ਕੰਫਰਟੇਬਲ ਹੈ। ਜੇ ਪਿੱਛੇ ਵਾਲੀ ਸੀਟ ਹੈ ਉਹਦੇ 'ਚ ਡਬਲ ਰੈਸਟ ਵਾਲਾ ਸਿਸਟਮ ਹੈਗਾ, 2 ਅਲੱਗ-ਅਲੱਗ ਐਂਗਲਸ ਦੇ ਉੱਤੇ ਸੀਟ ਸੈੱਟ ਹੋ ਸਕਦੀ ਹੈਗੀ ਹੈ। ਕਿੰਨੇ ਰੇਟ ਦੀ ਗੱਡੀ ਹੈ? ਹਾਂਜੀ ਸਰ, ਰੇਟ ਹਾਲੇ ਕੰਪਨੀ ਨੇ ਸਾਨੂੰ ਇਨਫੋਰਮ ਨਹੀਂ ਕੀਤਾ ਹੈਗਾ ਬਿਕੋਜ਼ ਦਿਸ ਇਜ਼ ਅ ਲਾਂਚਿੰਗ ਫॉर ਵਹੀਕਲ। ਲੋਕਾਂ ਦੀ ਕਿਊਰੀਓਸਿਟੀ ਹੋਏਗੀ। ਰੇਟ ਵਿਲ ਬੀ ਟੋਲਡ ਟੂ ਦੀ ਪੀਪਲ ਇਨ ਡਿਊ ਕੋਰਸ। ਜਦੋਂ ਕੰਪਨੀ ਦੇ ਕੋਲ ਆ ਜਾਣਗੇ ਉਦੋਂ ਰੇਟ ਦੱਸਣਗੇ। ਕਿੰਨਾ ਕਰ ਰਿਹਾ ਬੈਂਕ ਇਸ ਟਾਈਮ ਅਸੀਂ 90% ਫਾਈਨਾਂਸ ਕਰਦੇ ਹਾਂ। ਕੁਝ ਕੇਸਿਸ ਦੇ ਵਿੱਚ ਅਸੀਂ 100% ਵੀ ਕਰਦੇ ਹਾਂ। ਸਰਵਿਸ ਵਾਲੇ ਜਿਹੜੇ ਲੋਕ ਹੈਗੇ ਨੇ, ਸਰਵਿਸ ਵਾਲੇ ਲੋਕਾਂ ਨੂੰ ਅਸੀਂ 5.05% ਐਕਸਟਰਾ ਰੇਟ ਆਫ ਇੰਟਰਸਟ ਕੰਸੈਸ਼ਨ ਵੀ ਦਿੰਦੇ ਹੈਗੇ। ਮੈਂ ਮਨਦੀਪ ਅਹੂਜਾ, ਆਮ ਆਦਮੀ ਪਾਰਟੀ ਦਾ ਮੈਂਬਰ ਹੈਗਾ। ਮੇਰੇ ਕੋਲ ਵੀ ਕਾਰ ਹੈਗੀ ਹੈ ਸੁਜ਼ੂਕੀ ਦੀ, ਐਂਡ ਆਈ ਥਿੰਕ ਸਭ ਤੋਂ ਡਿਊਰੇਬਲ ਬ੍ਰਾਂਡ ਹੈ। ਇਹਦੀ ਸਰਵਿਸਿੰਗ, ਆਫਟਰ ਸੇਲ ਸਰਵਿਸ ਬਹੁਤ ਅੱਛੀ ਹੈ ਔਰ ਆਮ ਸ਼ੋਰ ਹੈ ਗੱਡੀ ਬਹੁਤ ਵਧੀਆ ਇਹਦੀ ਸੇਲ ਹੋਏਗੀ ਔਰ ਬਹੁਤ ਵਧੀਆ ਫੀਚਰਸ ਨੇ, ਬੜੇ ਯੂਜ਼ਰ ਫਰੈਂਡਲੀ ਫੀਚਰਸ ਨੇ। ਔਰ ਮੈਂ ਸਵਾਨੀ ਮੋਟਰਸ ਨੂੰ ਮੁਬਾਰਕਬਾਦ ਦੇਣਾ ਔਰ ਕੰਪਨੀ ਨੂੰ ਮੁਬਾਰਕਬਾਦ ਦੇਣਾ ਕਿ ਉਹਨਾਂ ਨੇ ਇੰਨਾ ਅੱਛਾ ਵਹੀਕਲ ਕੱਢਿਆ ਹੈ। ਸੋ ਇਸ ਲਫ਼ਜ਼ਾਂ ਨਾਲ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ, ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਹਾਂ ਅਸੀਂ। ਇਹ ਨਾ 2 ਮੰਥ ਪਹਿਲਾਂ ਪ੍ਰੀ ਬੁਕਿੰਗ ਕਰਾਈ ਹੈ ਗੱਡੀ ਦੀ ਅਤੇ ਬੜੀ ਵੇਟ ਸੀ ਇਹਦੀ, ਬਲਕਿ ਸ਼ਿੱਦਤ ਨਾਲ, ਅਤੇ ਅੱਜ ਲਾਂਚ ਹੋਈ ਹੈ ਅਤੇ ਬੜੀ ਖੁਸ਼ੀ ਆ। ਅਤੇ ਹੁਣ ਆਪਾਂ ਵੇਖਦੇ ਹਾਂ ਕਦੋਂ ਦਿੰਦੇ ਗੱਡੀ ਆਪਾਂ ਨੂੰ। ਹਾਂਜੀ ਜੀ, ਫੀਚਰ ਦੇਖਿਆ ਜੀ, ਬੇਟਾ ਕੈਨੇਡਾ ਦਾ, ਉਹਨੇ ਦੇਖ ਕੇ ਅਤੇ ਉਸ ਤੋਂ ਬਾਅਦ ਸਾਨੂੰ ਦੱਸੀ ਆ ਵੀ ਇਹ ਗੱਡੀ ਆਪਾਂ ਲੈਣੀ ਆ। ਅਸੀਂ XUV 700 ਲੈਣੀ ਚਾਹੁੰਦੇ ਹਾਂ, ਲੇਕਿਨ ਉਹ ਛੱਡ ਕੇ ਮਹਿੰਦਰਾ ਅਸੀਂ ਇੱਧਰ ਆਏ ਹਾਂ ਅਤੇ ਹੁਣੇ ਵੇਟ ਕਰਾਂਗੇ ਕਦੋਂ ਦਿੰਦੇ ਗੱਡੀ ਸਾਨੂੰ। ਸਰ, ਮੇਰਾ ਨਾਮ ਰੋਹਿਤ ਭਾਟੀਆ। ਹਾਂ, ਗੱਡੀ ਮੈਂ ਕਾਫੀ ਦੇਰ ਤੋਂ ਗੱਡੀ ਸਰਚ ਕਰ ਰਿਹਾ ਸੀਗਾ ਆਪਣਾ YouTube ਵਗੈਰਾ 'ਤੇ, ਉਹ ਗੱਡੀ ਦੇਖੀ, ਗੱਡੀ ਕਾਫੀ ਅੱਛੀ ਲੱਗੀ। ਗੱਡੀ ਮੈਨੂੰ ਬਹੁਤ ਵਧੀਆ ਲੱਗੀ
ਪਰ ਬੜਾ ਕਰੇਜ਼ ਸੀਗਾ ਕਿ ਪੂਰੀ ਗੱਡੀ ਦੇਖਣ ਦਾ, ਕਿ ਗੱਡੀ ਦੇਖ ਕੇ ਪਤਾ ਲੱਗੇ ਵੀ ਗੱਡੀ ਆਂਦੀ ਹੈ ਤਾਂ ਪਤਾ ਲੱਗੇ। ਅੱਜ ਸਵੇਰੇ ਇਹਨਾਂ ਦਾ ਫੋਨ ਆਇਆ ਸੀ ਗੱਡੀ ਆ ਗਈ ਹੈ। ਚਲੋ ਬੜੀ ਮੁਸ਼ਕਿਲ ਟਾਈਮ ਕੱਢ ਕੇ ਅੱਜ ਆਏ ਹਾਂ, ਕਿਉਂਕਿ ਗੱਡੀ ਦਾ ਕਰੇਜ਼ ਸੀਗਾ, ਟਾਈਮ ਕੱਢਣਾ ਵੀ ਜ਼ਰੂਰੀ ਸੀਗਾ ਸਾਡੇ ਵਾਸਤੇ। ਗੱਡੀ ਬਹੁਤ ਵਧੀਆ ਲੱਗੀ ਜੀ, ਗੱਡੀ ਦੇ ਫੀਚਰਸ ਬੜੇ ਅੱਛੇ ਲੱਗੇ ਨੇ। ਗੱਡੀ ਦੇ ਜੋ ਸਟਾਈਲ ਹੈ ਗੱਡੀ ਦਾ, ਉਹ ਨੈਕਸਾ ਜਾਂ ਮਾਰੂਤੀ ਜੋ ਕੱਢ ਦਿੰਦੀ ਹੈ ਨਾ, ਇਸ ਤੋਂ ਉੱਪਰ ਕੁਝ ਨਹੀਂ ਹੁੰਦਾ। ਉਸ ਤੋਂ ਬਾਅਦ ਕਾਪੀ ਸ਼ੁਰੂ ਹੁੰਦੀ ਹੈ ਇਹਨਾਂ ਦੀ, ਕਿਉਂਕਿ ਸਭ ਤੋਂ ਮੇਨ ਪੁਆਇੰਟ ਹੈਗਾ ਕਿ ਇਹਨਾਂ ਦੀ ਬਾਅਦ ਹੀ ਕਾਪੀ ਸ਼ੁਰੂ ਹੁੰਦੀ ਹੈ। ਹੁਣ ਇਸ ਤੋਂ ਬਾਅਦ ਬਾਕੀ ਕੰਪਨੀਆਂ ਵੀ ਕੋਸ਼ਿਸ਼ ਕਰਨਗੀਆਂ ਕਿ ਅਸੀਂ ਇਸੇ ਫੀਲਡ 'ਤੇ ਚਲੀਏ। ਬਾਕੀ ਇਹਨਾਂ ਦੀ ਗੱਡੀ ਬਹੁਤ ਵਧੀਆ, ਔਰ ਮੇਰੇ ਹਿਸਾਬ ਨਾਲ ਗੱਡੀ ਲੋਕਾਂ ਨੂੰ ਸਾਲ ਬਾਅਦ ਵੀ ਵੇਟਿੰਗ 'ਚ ਲੋਕੀ ਗੱਡੀ ਬਾਏ ਕਰਨਗੇ।